ਪਹਿਲਾਂ ਸੰਦੀਪ ਸਿੰਘ ਸਿੱਧੂ ਛੱਡ ਕੇ ਗਿਆ। ਇਹ ਦੋਨਾਂ ਦੇ ਜਿਹੜੇ ਕਤਲ ਹੋਏ ਹੈ, ਜਿੱਥੇ ਅਫਸੋਸਨਾਕ ਹੈ ਉੱਥੇ ਸਾਨੂੰ ਸ਼ੱਕ ਵੀ ਹੈ। ਕੋਈ ਕਹਿੰਦੇ ਹਾਈ ਕੋਰਟ ਦੀ ਇਨਕੁਆਇਰੀ ਹੋਊਗੀ, ਕੋਈ ਕੁਛ ਕਹਿੰਦਾ ਹੈਗਾ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਬਰਗਾੜੀ ਦਾ ਕੇਸ ਜਿੱਥੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਨਾਲ ਦੇ ਪਿੰਡ 2 ਸਿੱਖ ਸ਼ਹੀਦ ਕਰ ਦਿੱਤੇ ਗਏ ਹੈ। ਕੋਟਕਪੂਰੇ ਦੇ ਵਿੱਚ ਗੋਲੀ 2015 ਦੇ ਵਿੱਚ ਚੱਲੀ ਹੈ। ਕੈਪਟਨ ਸਾਹਿਬ ਦਾ ਰਾਜ ਹੋਇਆ, ਕਾਂਗਰਸ ਦਾ ਰਾਜ ਹੋਇਆ, ਅੱਜ ਆਮ ਆਦਮੀ ਪਾਰਟੀ ਦਾ ਰਾਜ ਹੋਇਆ, ਪਰ ਸਾਨੂੰ ਇਨਸਾਫ ਨਹੀਂ ਮਿਲਿਆ ਹੈ। ਅਸੀਂ ਮੰਗਦੇ ਹਾਂ ਇਹਦੀ ਇੰਟਰਨੈਸ਼ਨਲ UN ਦੇ ਤਹਿਤ ਤਫਤੀਸ਼ ਸਿੱਧੂ ਦੀ ਤੇ ਮੂਸੇਵਾਲ ਦੀ ਹੋਵੇ। ਇਹ ਮੈਂ ਹਵਾ ਦੇ ਵਿੱਚ ਫਾਇਰ ਨਹੀਂ ਕਰ ਰਿਹਾ। ਸਾਹਿਬ ਜਿਹੜਾ ਬੰਦਾ ਤੁਹਾਡਾ ਸਾਥ ਦੇਣ ਦੀ ਗੱਲ ਕਹਿੰਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ, ਚਾਹੇ ਉਹ ਸਿੱਧੂ ਹੋਵੇ ਚਾਹੇ ਸਿੱਧੂ ਮੂਸੇਵਾਲਾ ਹੋਵੇ, ਕਿਵੇਂ ਦੇਖਦੇ ਹੋ? ਇਹ ਬਹੁਤ ਅਫਸੋਸ ਦੀ ਗੱਲ ਹੈ, ਪਰ ਬੀਬੀ ਜੀ ਤੁਸੀਂ ਨਾ ਕਿਤੇ ਕਹਿ ਦਿਓ ਕਿ ਮਾਨ ਤੇਰੀ ਮੈਂ ਅਮਦਾਦ ਕਰਦੀ ਹਾਂ, ਕਿਤੇ ਤੁਹਾਨੂੰ ਨਾ ਕੋਈ ਠੋਕ ਦੇਵੇ। ਜੈਨੋਸਾਈਡ ਸਭ ਤੋਂ ਇੱਕ ਖਤਰਨਾਕ ਜੁਰਮ ਹੈ ਜਿਹਦਾ ਦੁਨੀਆ ਬਹੁਤ ਸੰਜੀਦਗੀ ਦੇ ਨਾਲ ਲੈਂਦੀ ਹੈ, ਪਰ ਇੰਡੀਆ ਨੇ ਅਜੇ ਤੱਕ ਸਿੱਖ ਕੌਮ ਦੇ ਜਿਹੜੇ ਜ਼ਖਮ ਹੈ ਉਹ ਅਜੇ ਤੱਕ ਭਰ ਨਹੀਂ ਸਕੀ ਹੈ। ਹੁਣ ਮੂਸੇਵਾਲ ਸਾਹਿਬ ਪੂਰੇ ਹੋਏ ਹੈ, ਜੇ ਸਾਰੀ ਦੁਨੀਆ ਨੂੰ ਪਤਾ ਕਿ ਸਿੱਖ ਕੌਮ ਅਫਸੋਸ ਦੇ ਵਿੱਚ ਹੈ, ਤੇ ਫਿਰ ਅਜੇ ਤੱਕ BJP RSS ਸੈਂਟਰ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕੋਈ ਅਫਸੋਸ ਕਰਨ ਦਾ ਸੁਨੇਹਾ ਪੱਤਰ ਨਹੀਂ ਮਿਲਿਆ। ਮੂਸੇਵਾਲ ਸਾਹਿਬ ਦੇ ਪਿਤਾ ਉਹਨਾਂ ਨੇ ਬਲਕਾਰ ਸਿੰਘ ਨੇ ਫੌਜ ਦੀ ਸੇਵਾ ਕੀਤੀ ਹੈ। ਉਹ ਟੈਂਕਾਂ ਦੀ ਰੈਜੀਮੈਂਟ ਦੇ ਵਿੱਚ ਸੀਗੇ ਜਦੋਂ ਲਦਾਖ ਦੇ ਵਿੱਚ ਇੰਡੀਆ ਨੂੰ ਲੋੜ ਸੀ ਚੀਨ ਦੇ ਖਿਲਾਫ, ਤੇ 18 ਟੈਂਕ ਮੂਸੇਵਾਲ ਸਾਹਿਬ ਦੇ ਪਿਤਾ ਜੀ ਨੇ ਹਵਾਈ ਜਹਾਜ਼ ਦੇ ਉੱਤੇ ਚਾੜੇ ਸੀਗੇ। ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਪਹੁੰਚੇ ਹੋਏ ਨੇ। ਇੱਥੇ ਢੋਲ ਵਾਲਾ ਉੱਤੇ ਜਨਰੇਟਰ ਛੱਡ ਦੋ ਤੁਸੀਂ ਮੈਨੂੰ। ਢੋਲ ਆ ਗਏ, ਚਲੋ ਜੀ ਚਲੋ ਜੀ ਗੱਡੀ ਚ ਬਾਲ ਚਲ ਕੋਈ ਨਹੀਂ ਭਾਈ, ਚਲੋ ਕਰੋ ਕੀ ਕਹਿਣਾ। ਪਿੱਛੇ ਹੋ ਜਾਓ ਯਾਰ, ਓਏ ਮਾੜਾ ਯਾਰ ਤੁਸੀਂ ਪਿੱਛੇ ਭਾਈ। ਹੈਲੋ ਮਾੜਾ ਪਿੱਛੇ ਹੋ ਜਾਓ, ਚਲੋ ਸ਼ੁਰੂ ਕਰੋ। ਕੋਈ ਨਹੀਂ ਬੋਲੋ ਨਾ। ਚਲੋ ਸਰ। ਹਾਂਜੀ ਮਾਨ ਸਾਹਿਬ। ਹਾਂਜੀ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੂੰ ਬਹੁਤ ਅਫਸੋਸ ਤੇ ਅਸੀਂ ਗਮ ਦੇ ਵਿੱਚ ਹੈਗੇ ਹਾਂ ਕਿ ਇੱਕ ਸਾਡਾ ਯੋਧਾ ਇੱਕ ਹੋਰ ਸਾਨੂੰ ਸਾਥ ਦੇ ਕੇ ਛੱਡ ਗਿਆ। ਪਹਿਲਾਂ ਸੰਦੀਪ ਸਿੰਘ ਸਿੱਧੂ ਛੱਡ ਕੇ ਗਿਆ। ਇਹ ਦੋਨਾਂ ਦੇ ਜਿਹੜੇ ਕਤਲ ਹੋਏ ਹੈ, ਜਿੱਥੇ ਅਫਸੋਸਨਾਕ ਹੈ ਉੱਥੇ ਸਾਨੂੰ ਸ਼ੱਕ ਵੀ ਹੈ, ਕਿਉਂ ਕਰਕੇ ਦੋਨੋਂ ਆਪਣੇ ਦਿਲ ਦੇ ਵਿੱਚ ਇਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਤੇ ਖਾਲਿਸਤਾਨ ਤੇ ਆਜ਼ਾਦੀ ਦੀ ਸੋਚ ਇਹਨਾਂ ਦੇ ਮਨ ਦੇ ਵਿੱਚ ਤੈਅ ਕਰ ਗਈ ਸੀ। ਕੋਈ ਵੀ ਗੱਲ ਹੈ, ਕੋਈ ਕਹਿੰਦੇ ਹਾਈ ਕੋਰਟ ਦੀ ਇਨਕੁਆਇਰੀ ਹੋਊਗੀ, ਕੋਈ ਕੁਛ ਕਹਿੰਦਾ ਹੈਗਾ, ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਬਰਗਾੜੀ ਦਾ ਕੇਸ ਜਿੱਥੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ, ਨਾਲ ਦੇ ਪਿੰਡ 2 ਸਿੱਖ ਸ਼ਹੀਦ ਕਰ ਦਿੱਤੇ ਗਏ ਹੈ। ਕੋਟਕਪੂਰੇ ਦੇ ਵਿੱਚ ਗੋਲੀ 2015 ਦੇ ਵਿੱਚ ਚੱਲੀ ਹੈ।
ਕੈਪਟਨ ਸਾਹਿਬ ਦਾ ਰਾਜ ਹੋਇਆ, ਕਾਂਗਰਸ ਦਾ ਰਾਜ ਹੋਇਆ, ਅੱਜ ਆਮ ਆਦਮੀ ਪਾਰਟੀ ਦਾ ਰਾਜ ਹੋਇਆ, ਪਰ ਸਾਨੂੰ ਇਨਸਾਫ ਨਹੀਂ ਮਿਲਿਆ ਹੈ। ਇਨਸਾਫ ਸਿੱਖ ਲੈ ਕੇ ਛੱਡਣਗੇ। ਇਨਸਾਫ ਤੋਂ ਬਗੈਰ ਕਦੇ ਸਿੱਖ ਕੌਮ ਰਹੀ ਨਹੀਂ। ਸਾਨੂੰ ਜਦੋਂ ਹਾਈ ਕੋਰਟ ਦੇ ਉੱਤੇ ਵਿਸ਼ਵਾਸ ਨਹੀਂ ਹੈ, ਜਿਹੜੀਆਂ ਏਜੰਸੀਆਂ ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਹੈ, ਅਸੀਂ ਮੰਗਦੇ ਹਾਂ ਇਹਦੀ ਇੰਟਰਨੈਸ਼ਨਲ UN ਦੇ ਤਹਿਤ ਤਫਤੀਸ਼ ਸਿੱਧੂ ਦੀ ਤੇ ਮੂਸੇਵਾਲ ਦੀ ਹੋਵੇ। ਇਹ ਮੈਂ ਹਵਾ ਦੇ ਵਿੱਚ ਫਾਇਰ ਨਹੀਂ ਕਰ ਰਿਹਾ। ਪਹਿਲਾਂ ਤਫਤੀਸ਼ UN ਨੇ ਲੈਬਨਾਨ ਦੇ ਪ੍ਰਾਈਮ ਮਿਨਿਸਟਰ ਹਰਾਰੇ ਜਦੋਂ ਮਾਰੇ ਗਏ ਸੀਗੇ, UN ਨੇ ਤਫਤੀਸ਼ ਕੀਤੀ ਹੈ। ਫਿਰ ਨਾਲ ਦੇ ਮੁਲਕ ਜਦੋਂ ਬੇਨਜ਼ੀਰ ਭੁੱਟੋ ਕਤਲ ਹੋ ਗਏ ਸੀਗੇ, ਉਸ ਵੇਲੇ ਵੀ UN ਦੀ ਤਫਤੀਸ਼ ਉਹਨਾਂ ਦੇ ਕਤਲ ਦੇ ਵਿੱਚ ਹੋਈ ਹੈ। 1984 ਤੋਂ ਸਾਨੂੰ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਹ ਗੱਲ ਚਿੱਟੀ ਤੇ ਸਾਹਮਣੇ ਤੁਹਾਡੇ ਆਉਂਦੀ ਹੈ ਕਿ ਨਸਲਕੁਸ਼ੀ ਜਿਹੜੀ ਜੈਨੋਸਾਈਡ ਹੋਈ ਹੈ, ਉਹਦਾ ਇਨਸਾਫ ਨਹੀਂ ਮਿਲਿਆ। ਜੈਨੋਸਾਈਡ ਸਭ ਤੋਂ ਇੱਕ ਖਤਰਨਾਕ ਜੁਰਮ ਹੈ ਜਿਹਦਾ ਦੁਨੀਆ ਬਹੁਤ ਸੰਜੀਦਗੀ ਦੇ ਨਾਲ ਲੈਂਦੀ ਹੈ, ਪਰ ਇੰਡੀਆ ਨੇ ਅਜੇ ਤੱਕ ਸਿੱਖ ਕੌਮ ਦੇ ਜਿਹੜੇ ਜ਼ਖਮ ਹੈ ਉਹ ਅਜੇ ਤੱਕ ਭਰ ਨਹੀਂ ਸਕੀ ਹੈ। ਜਦੋਂ ਦੀਪ ਸਿੰਘ ਸਿੱਧੂ ਪੂਰੇ ਹੋਏ ਹੈ, ਹੁਣ ਮੂਸੇਵਾਲ ਸਾਹਿਬ ਪੂਰੇ ਹੋਏ ਹੈ, ਜੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੱਖ ਕੌਮ ਅਫਸੋਸ ਦੇ ਵਿੱਚ ਹੈ, ਤੇ ਫਿਰ ਅਜੇ ਤੱਕ BJP RSS ਸੈਂਟਰ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਕੋਈ ਅਫਸੋਸ ਕਰਨ ਦਾ ਸੁਨੇਹਾ ਪੱਤਰ ਨਹੀਂ ਮਿਲਿਆ। ਪੁਲਿਸ ਇੱਥੇ ਜ਼ਰੂਰ ਲਗਾ ਦਿੱਤੀ ਗਈ ਹੈ, ਪਰ ਮੋਦੀ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਿੱਖਾਂ ਨੇ ਤੁਹਾਡੇ ਬਾਰਡਰ ਬਿਲਕੁਲ ਸੁਰੱਖਿਅਤ ਕੀਤੇ ਰਹੇ ਹੈ, ਤੇ ਜਿਹੜੇ ਮੂਸੇਵਾਲ ਸਾਹਿਬ ਦੇ ਪਿਤਾ ਹੈ, ਉਹਨਾਂ ਨੇ ਬਲਕਾਰ ਸਿੰਘ ਨੇ ਫੌਜ ਦੀ ਸੇਵਾ ਕੀਤੀ ਹੈ। ਉਹ ਟੈਂਕਾਂ ਦੀ ਰੈਜੀਮੈਂਟ ਦੇ ਵਿੱਚ ਸੀਗੇ। ਜਦੋਂ ਲੱਦਾਖ ਦੇ ਵਿੱਚ ਇੰਡੀਆ ਨੂੰ ਲੋੜ ਸੀ ਚੀਨ ਦੇ ਖਿਲਾਫ, ਤੇ 18 ਟੈਂਕ ਮੂਸੇਵਾਲ ਸਾਹਿਬ ਦੇ ਪਿਤਾ ਜੀ ਨੇ ਹਵਾਈ ਜਹਾਜ਼ ਦੇ ਉੱਤੇ ਚਾੜੇ ਸੀਗੇ। ਹਵਾਈ ਜਹਾਜ਼ ਇੱਕ ਵਾਰੀ ਇੱਕ ਟੈਂਕ ਲੈ ਕੇ ਜਾ ਸਕਦਾ ਸੀ। ਜਿਹੜੀ ਲੱਦਣ ਦੀ ਪੱਟੀ ਹੁੰਦੀ ਹੈ ਹਵਾਈ ਜਹਾਜ਼ ਦੀ, ਉਹ ਬਹੁਤ ਟਾਈਟ ਹੁੰਦੀ ਹੈ, ਤੰਗ ਹੁੰਦੀ ਹੈ, ਤੇ ਇਹਨਾਂ ਦੇ ਪਾਪਾ ਸੀ ਜਿਹੜੀ ਸਾਰੀ ਫੌਜ 'ਚੋਂ ਇੱਕ ਬੰਦਾ ਲੱਭਿਆ ਜਿਹੜਾ ਉਹ ਟੈਂਕ ਲੱਦ ਸਕਦਾ ਸੀ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਿ ਜਦੋਂ ਵੀ ਮੁਸੀਬਤ ਪਈ ਹੈ ਸਿੱਖ ਕੌਮਾਂ ਨੇ ਬਾਰਡਰ ਤੇ ਰੱਖਿਆ ਕੀਤੀ ਹੈ। ਪਰ ਅੱਜ ਵੀ 2020 ਦੇ ਵਿੱਚ ਮੋਦੀ ਦੀ ਹਕੂਮਤ ਦੇ ਅੰਦਰ 900 ਸਕੁਆਇਰ ਕਿਲੋਮੀਟਰ ਮੋਦੀ ਤੇ ਹਕੂਮਤ ਨੇ ਲੱਦਾਖ ਦੇ ਲਟਾਤੇ ਹੈ। ਲੱਦਾਖ ਦੀ ਗੱਲ ਮੈਂ ਤਾਂ ਕਰਦਾ ਕਿਉਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ 1834 ਦੇ ਵਿੱਚ ਲੱਦਾਖ ਫਤਿਹ ਕੀਤਾ ਸੀ, ਤੇ ਅਸੀਂ ਸਿੱਖ ਲੱਦਾਖ ਨੂੰ ਆਪਣਾ ਸਮਝਦੇ ਹਾਂ। ਤੇ ਅਸੀਂ ਇਹ ਵੀ ਚੀਨ ਨੂੰ ਤੇ ਇੰਡੀਆ ਨੂੰ ਕਈ ਵਾਰੀ ਕਿਹਾ ਕਿ ਜਦੋਂ ਵੀ ਲੱਦਾਖ ਤੇ ਗੱਲ ਹੋਵੇ ਸਿੱਖ ਕੌਮ ਦਾ ਵਫਦ ਉਹਦੇ ਵਿੱਚ ਬੈਠਣਾ ਚਾਹੀਦਾ ਹੈ। ਸੋ ਇਹ ਜਿਹੜਾ ਪਰਿਵਾਰ ਹੈ ਜਿਹਨੇ
ਕੁਰਬਾਨੀ ਕੀਤੀ ਹੈ ਕੌਮ ਦੇ ਲਈ। ਮੂਸੇ ਨੇ ਵੀ ਇਹ ਛੋਟੀ ਗੱਲ ਨਹੀਂ ਹੈ। ਮਾਨ ਸਾਹਿਬ ਜਿਹੜਾ ਬੰਦਾ ਤੁਹਾਡਾ ਸਾਥ ਦੇਣ ਦੀ ਗੱਲ ਕਹਿੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ, ਚਾਹੇ ਉਹ ਦੀਪ ਸਿੱਧੂ ਹੋਵੇ ਚਾਹੇ ਉਹ ਸਿੱਧੂ ਮੂਸੇਵਾਲਾ ਹੋਵੇ, ਕਿਵੇਂ ਦੇਖਦੇ ਹੋ? ਇਹ ਬਹੁਤ ਅਫਸੋਸ ਦੀ ਗੱਲ ਹੈ, ਪਰ ਬੀਬੀ ਜੀ ਤੁਸੀਂ ਨਾ ਕਿਤੇ ਕਹਿ ਦਿਓ ਕਿ ਮਾਨ ਤੇਰੀ ਮੈਂ ਅਮਦਾਦ ਕਰਦੀ ਹਾਂ, ਕਿਤੇ ਤੁਹਾਨੂੰ ਨਾ ਕੋਈ ਠੋਕ ਦੇਵੇ। ਉਹ ਸਿਮਰਨਜੀਤ ਸਿੰਘ ਮਾਨ ਦੀ ਗੱਲਬਾਤ ਤੁਸੀਂ ਨੇ ਸੁਣੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਅਫਸੋਸ ਜ਼ਾਹਿਰ ਕਰਨ ਦੇ ਲਈ ਸਿਮਰਨਜੀਤ ਸਿੰਘ ਮਾਨ ਪਹੁੰਚੇ ਸੀ। ਦੱਸ ਦਈਏ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਥੋੜੇ ਦਿਨ ਪਹਿਲਾਂ ਹਾਦਸੇ ਤੋਂ ਕਰੀਬ 1 ਦਿਨ ਪਹਿਲਾਂ, ਮਤਲਬ 2 ਤੋਂ 3 ਦਿਨ ਪਹਿਲਾਂ ਜਿਹੜਾ ਸਿੱਧੂ ਮੂਸੇਵਾਲਾ ਦੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸਿਮਰਨਜੀਤ ਸਿੰਘ ਮਾਨ ਦੇ ਨਾਲ ਫੋਨ ਤੇ ਗੱਲਬਾਤ ਜਿਹੜੀ ਹੈ ਕਰਵਾਈ ਸੀ। ਫੋਨ ਤੇ ਸਿਮਰਨਜੀਤ ਸਿੰਘ ਮਾਨ ਨੂੰ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਉਹ ਮਾਨ ਸਾਹਿਬ ਦੀ ਸਪੋਰਟ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਆਉਣਗੇ। ਇਸ ਤੋਂ ਬਾਅਦ ਪਰ ਤੁਰੰਤ ਬਾਅਦ ਜਿਹੜਾ ਸਿੱਧੂ ਮੂਸੇਵਾਲਾ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਦਰਦਨਾਕ ਉਹਨਾਂ ਨੂੰ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਜਾਂਦਾ। ਪਰ ਸਿਮਰਨਜੀਤ ਸਿੰਘ ਮਾਨ ਨੇ ਉਹੀ ਸਟੇਟ ਤੇ ਨਿਸ਼ਾਨੇ ਲਾਏ ਨੇ, ਮੋਦੀ ਹਕੂਮਤ ਤੇ ਨਿਸ਼ਾਨੇ ਲਾਏ ਨੇ ਕਿ ਜਦੋਂ ਸਿੱਖ ਕੌਮ ਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਤਾਂ ਭਾਰਤੀ ਹਕੂਮਤ ਵੱਲੋਂ, ਭਾਰਤੀ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਪ੍ਰੈਜ਼ੀਡੈਂਟ ਵੱਲੋਂ ਕੋਈ ਵੀ ਦੁੱਖ ਦੇ 4 ਸ਼ਬਦ ਜਿਹੜੇ ਨੇ ਨਹੀਂ ਬੋਲੇ ਜਾਂਦੇ। ਹੁਣ ਮੂਸੇਵਾਲਾ ਦੇ ਘਰ ਦੇ ਬਾਹਰ ਉਹਨਾਂ ਦੇ ਸਮਰਥਕਾਂ ਦਾ ਭੀੜ ਜਿਹੜੀ ਆ ਤੁਸੀਂ ਦੇਖ ਸਕਦੇ ਹੋ। ਉਹਨਾਂ ਦੇ ਸਮਰਥਕਾਂ ਦੀ ਭੀੜ ਤਕਰੀਬਨ ਕੱਲ੍ਹ ਤੋਂ ਹੀ, ਜਦੋਂ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਮੂਸੇਵਾਲਾ ਦੇ ਨਾਲ ਇਹ ਜਿਹੜਾ ਕਾਰਵਾਈ ਹੋ ਚੁੱਕੀ ਆ, ਮੂਸੇਵਾਲਾ ਤੇ ਖੌਫਨਾਕ ਜਿਹੜਾ ਹਮਲਾ ਹੋਇਆ, ਤਦ ਤੋਂ ਹੀ ਜਿਹੜੇ ਨੇ ਉਹਨਾਂ ਦੇ ਚਾਹੁਣ ਵਾਲੇ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ। ਹੁਣ ਜਮਾਵੜਾ ਲਗਾਤਾਰ ਵੱਧ ਰਿਹਾ। ਹੁਣ ਕਿਆਸ ਰਾਈਆਂ ਨੇ ਕਿ ਸੰਸਕਾਰ ਜਿਹੜਾ ਹੁਣ ਤੋਂ ਕੁਝ ਕੁ ਸਮੇਂ ਦੇ ਬਾਅਦ ਜਿਹੜਾ ਕੀਤਾ ਜਾਊਗਾ, ਕਿਉਂਕਿ ਮੂਸੇਵਾਲੇ ਦਾ ਪੋਸਟਮਾਰਟਮ ਜਿਹੜਾ ਸਿਵਲ ਹਸਪੀਟਲ ਮਾਨਸਾ ਦੇ ਵਿੱਚ ਚੱਲ ਰਿਹਾ। ਹੁਣ ਦੇਖਣਾ ਹੋਊਗਾ ਸੰਸਕਾਰ ਮੂਸੇਵਾਲੇ ਦਾ ਕਦੋਂ ਕਰਦੇ ਨੇ। ਪੰਜਾਬੀ ਲੋਕ ਚੈਨਲ ਦੇ ਲਈ ਸੰਸਾਰਦੀਪ ਸਿੰਘ, ਮੂਸਾ ਪਿੰਡ।